गुड मॉर्निंग स्टूडेंट्स, वेलकम टू द क्लास। ਆਪਾਂ ਕਰ ਰਹੇ ਸੀ ਚੈਪਟਰ ਨੰਬਰ 8 ਫੋਰਸ ਐਂਡ ਪ੍ਰੈਸ਼ਰ। ਹੁਣ ਆਪਾਂ ਕਰਨਾ ਹੈ ਨॉन ਕੰਟੈਕਟ ਫੋਰਸਿਸ। ਨॉन ਕੰਟੈਕਟ ਫੋਰਸ ਕੀ ਹੁੰਦੇ ਨੇ? ਉਹ ਫੋਰਸ ਜਿਹੜੇ ਉਹਨਾਂ ਦੋ ਚੀਜ਼ਾਂ 'ਚ ਹੋਣ ਜਿਹੜੇ ਆਪਸ 'ਚ ਡਾਇਰੈਕਟਲੀ ਕੰਟੈਕਟ 'ਚ ਨਹੀਂ ਹੈਗੀਆਂ, ਮਤਲਬ ਇੱਕ ਦੂਸਰੇ ਨੂੰ ਟੱਚ ਨਹੀਂ ਕਰ ਰਹੀਆਂ ਪਰ ਫੋਰਸ ਕੰਮ ਕਰ ਰਿਹਾ ਉੱਥੇ। ਕਿੰਨੀ ਤਰ੍ਹਾਂ ਦੇ ਹੁੰਦੇ ਨੇ ਨॉन ਕੰਟੈਕਟ ਫੋਰਸਿਸ? मैगनैटिक फोर्स, इलैक्ट्रोस्टैटिक फोर्स एंड ग्रैविटेशनल फोर्स। तीन तरह के होंगे ने नॉन कॉन्टैक्ट फोर्सिस। ठीक है, हम देखो फर्स्ट टाइप का नॉन कॉन्टैक्ट फोर्स मैगनैटिक फोर्स। तुसी देखा होगा जदों तुसी किसी मैगनेट नूं पिंस दे नेड़े लैके जाते हो या लोहे की किसी चीज़ के नेड़े लैके जाते हो तो जिहड़ी वो मैगनेट है उन्होंने अट्रैक्ट करती है अपने वालों, वो चिपक जाते हैं आपस में। ਹੁਣ ਜਿਹੜੀ ਮੈਗਨੇਟ ਹੈ ਔਰ ਪਿੰਸ ਨੇ ਉਹਨਾਂ ਨੂੰ ਆਪਾਂ ਟੱਚ ਤਾਂ ਨਹੀਂ ਕਰਵਾਉਂਦੇ ਆਪਣੇ ਆਪ, ਉਹ ਫੋਰਸ ਦੇ ਕਰਕੇ ਅਟਰੈਕਟ ਕਰਦੇ ਨੇ ਇੱਕ ਦੂਜੇ ਨੂੰ। ਤਾਂ ਇਹ ਕਿਹੜਾ ਫੋਰਸ ਹੁੰਦਾ ਹੈ? ਮੈਗਨੈਟਿਕ ਫੋਰਸ। ਦੇਖੋ ਇਨ ਦਾ ਅਬਵ ਐਗਜ਼ਾਮਪਲ ਵੈਨ ਯੂ ਪਲੇਸ ਅ ਮੈਗਨੇਟ near to the iron pin, it will be attracted by the magnet and moves towards the magnet without any contact. This type of force is known as magnetic force. ਕਿਹੜੀ ਤਰ੍ਹਾਂ ਦੇ ਫੋਰਸ ਹੁੰਦੇ ਨੇ? ਮੈਗਨੈਟਿਕ ਫੋਰਸ। ਐਕਟੀਵਿਟੀ 8.4 ਦੇ ਵਿੱਚ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਦੋ ਬਾਰ ਮੈਗਨੇਟਸ ਲਈਆਂ, ਉਹਨਾਂ ਨੂੰ ਇੱਕ ਦੂਸਰੇ ਦੇ ਡਾਇਰੈਕਸ਼ਨ ਚੇਂਜ ਕਰਕੇ ਇੱਕ ਦੂਸਰੇ ਦੇ ਨੇੜੇ ਲੈ ਕੇ ਗਏ। ਉਹਨਾਂ ਨੇ ਦੇਖਿਆ ਇੱਕ ਵਾਰ ਤਾਂ ਉਹ ਦੋਨੋਂ ਮੈਗਨੇਟਸ ਇੱਕ ਦੂਸਰੇ ਨੂੰ ਅਟਰੈਕਟ ਕਰ ਰਹੀਆਂ ਸੀ, ਮਤਲਬ ਇੱਕ ਦੂਸਰੇ ਨੂੰ ਆਪਣੇ ਵੱਲ ਖਿੱਚ ਰਹੀਆਂ ਸੀ, ਔਰ ਦੂਸਰੀ ਵਾਰ ਉਹ ਇੱਕ ਦੂਸਰੇ ਨੂੰ ਧੱਕਾ ਦੇ ਰਹੀਆਂ ਸੀ। ਆਪਾਂ ਕਿ ਉਹਨਾਂ ਨੂੰ ਅਗਰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹਨਾਂ ਨੂੰ ਰਿਪੈਲ ਕਰ ਰਹੀਆਂ ਸੀਗੀਆਂ, ਇੱਕ ਦੂਸਰੇ ਨੂੰ ਦੂਰ ਧੱਕਾ ਦੇ ਰਹੀਆਂ ਸੀ। ਤੁਸੀਂ ਕਦੇ ਮੈਗਨੇਟਸ ਨੂੰ ਲੈ ਕੇ ਦੇਖਿਓ, ਉਹਨਾਂ ਨੂੰ ਅਗਰ ਤਾਂ ਇੱਕ ਸਾਈਡ ਤਾਂ ਉਹਨਾਂ ਦੇ ਇੱਕ ਦੂਸਰੇ ਨੂੰ ਅਟਰੈਕਟ ਕਰਦੀ ਹੁੰਦੀ ਹੈ, ਦੂਜੀ ਐਂਡ ਜਿਹੜਾ ਹੁੰਦਾ ਇੱਕ ਐਂਡ ਅਟਰੈਕਟ ਕਰਦਾ, ਦੂਸਰਾ ਐਂਡ ਰਿਪੈਲ ਕਰਦਾ, ਇੱਕ ਦੂਸਰੇ ਨੂੰ ਦੂਰ ਕਰਦਾ। ਹੁਣ ਦੇਖੋ ਇਨ ਬੋਥ ਦ ਕੇਸਿਸ ਯੂ ਵਿਲ ਅਬਜ਼ਰਵ ਦੈਟ ਮੈਗਨੇਟ ਪਲੇਸਡ moves and in second case the magnet moves in the opposite direction। ਉਰੇ ਕੀ ਐਕਟੀਵਿਟੀ ਕੀਤੀ ਗਈ ਹੈ ਤੁਸੀਂ ਰੀਡ ਕਰੋ। ਇਹਦੇ ਵਿੱਚ ਇਹੀ ਚੀਜ਼ ਇਹਨਾਂ ਨੇ ਕੀਤੀ ਹੈ ਵੀ ਇੱਕ ਵਾਰ ਤਾਂ ਮੈਗਨੇਟ ਅਟਰੈਕਟ ਕਰ ਰਹੀ ਹੈ, ਦੂਸਰੀ ਵਾਰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੂਵ ਕਰਵਾ ਰਹੀ ਹੈ, ਮਤਲਬ ਉਸਨੂੰ ਦੂਰ ਭੇਜ ਰਹੀ ਹੈ। some force is acting between the two magnets, this force is known as magnetic force। it is a non contact force, every magnet has ਟੂ ਪੋਲਸ। ਹੁਣ ਐਵੇਂ ਕਿਉਂ ਹੁੰਦਾ? ਇੱਕ ਵਾਰ ਅਟਰੈਕਟ ਕਿਉਂ ਕਰਦੇ ਨੇ ਔਰ ਇੱਕ ਵਾਰ ਰਿਪੈਲ ਕਿਉਂ ਕਰਦੇ ਨੇ? ਸਾਰੀਆਂ ਮੈਗਨੇਟਸ ਦੇ ਦੋ ਐਂਡਸ ਹੁੰਦੇ ਨੇ। ਹੁਣ ਦੇਖੋ ਇਹ ਦੋ ਮੈਗਨੇਟਸ ਨੇ, ਸਪੋਜ਼ ਮੈਗਨੇਟਸ ਦੇ ਐਂਡਸ ਨੂੰ ਕੀ ਕਿਹਾ ਜਾਂਦਾ? ਪੋਲਸ। ਹਰੇਕ ਮੈਗਨੇਟ ਦੇ ਦੋ ਪੋਲਸ ਹੁੰਦੇ ਨੇ, ਇੱਕ ਨਾਰਥ ਪੋਲ ਹੁੰਦਾ, ਇੱਕ ਸਾਊਥ ਪੋਲ ਹੁੰਦਾ। ਹੁਣ ਜਦੋਂ ਤਾਂ ਇੱਕ ਮੈਗਨੇਟ ਦਾ ਨਾਰਥ ਪੋਲ ਦੂਸਰੇ ਮੈਗਨੇਟ ਦੇ ਸਾਊਥ ਪੋਲ ਦੀ ਸਾਈਡ 'ਤੇ ਆ, ਅਗਰ ਆਪਾਂ ਇਹਨਾਂ ਦੋਨਾਂ ਨੂੰ ਆਮਨੇ ਸਾਹਮਣੇ ਕਰਦੇ ਹਾਂ ਆਪੋਜ਼ਿਟ ਪੋਲਸ ਨੂੰ, ਤਾਂ ਇਹ ਕੀ ਕਰਨਗੇ? ਇੱਕ ਦੂਸਰੇ ਨੂੰ ਅਟਰੈਕਟ ਕਰਨਗੇ, ਇਹ ਆਪਣੇ ਵੱਲ ਖਿੱਚਣਗੇ। ਠੀਕ ਹੈ, ਪਰ ਜੇ ਆਪਾਂ ਸੇਮ ਅਗਰ ਡਾਇਰੈਕਸ਼ਨ ਚੇਂਜ ਕਰ ਦਈਏ ਔਰ ਇਸ ਮੈਗਨੇਟ ਦੇ ਵੀ ਨਾਰਥ ਨੂੰ ਨਾਰਥ ਦੇ ਨਾਲ ਲੈ ਆਈਏ ਤਾਂ ਜਿਹੜੇ ਸੇਮ ਪੋਲਸ ਹੁੰਦੇ ਨੇ ਉਹ ਇੱਕ ਦੂਸਰੇ ਨੂੰ ਰਿਪੈਲ ਕਰਦੇ ਨੇ, ਮਤਲਬ ਇੱਕ ਦੂਸਰੇ ਨੂੰ ਧੱਕਾ ਦਿੰਦੇ ਨੇ, ਦੂਰ ਕਰਦੇ ਨੇ। ਠੀਕ ਹੈ, ਲਾਈਕ ਪੋਲਸ ਆ ਦੇਖੋ ਉਰੇ, like poles repel each other and unlike poles attract each other। like poles मतलब ਜਿਹੜੇ same pole ਹੁੰਦੇ ਆ, north north ਨੂੰ repel ਕਰੂ, south south ਨੂੰ repel ਕਰੂ, and unlike poles attract each other। unlike poles ਕਿਹੜੇ ਹੁੰਦੇ ਨੇ? opposite poles, north ਔਰ south ਇੱਕ ਦੂਸਰੇ ਨੂੰ attract ਕਰਨਗੇ। ਠੀਕ ਹੈ, ਅੱਗੇ ਦੇਖੋ ਸੈਕਿੰਡ ਟਾਈਪ ਦਾ ਫੋਰਸ ਹੈ ਇਲੈਕਟ੍ਰੋਸਟੈਟਿਕ ਫੋਰਸ। ਹੁਣ ਤੁਸੀਂ ਦੇਖਿਆ ਹੋਊਗਾ ਜਾਂ ਐਕਟੀਵਿਟੀ ਤੁਸੀਂ ਆਪਣੇ ਘਰ 'ਚ ਕਰਕੇ ਦੇਖਿਓ, ਕਦੇ ਨਾ ਕੌਮ ਨੂੰ ਰੱਬ ਕਰਕੇ ਜਾਂ ਫਿਰ ਸਕੇਲ ਨੂੰ ਰੱਬ ਕਰਕੇ, ਕਿਸੇ ਵੀ ਸਕੇਲ ਨੂੰ ਆਪਣੇ ਪਲਾਸਟਿਕ ਦੇ ਨੂੰ ਰੱਬ ਕਰਿਓ ਔਰ ਉਸ ਨੂੰ ਨਾ ਛੋਟੇ ਛੋਟੇ ਟੁਕੜੇ ਪੀਸਿਸ ਆਫ ਪੇਪਰ ਹੁੰਦੇ ਨੇ ਜਿਹੜੇ ਟੁਕੜਿਆਂ ਦੇ ਕੋਲ ਲੈ ਕੇ ਜਾਇਓ। ਉਹ ਸਕੇਲ ਹੈ ਨਾ, ਉਹ ਪੇਪਰ ਦੇ ਟੁਕੜਿਆਂ ਨੂੰ ਆਪਣੇ ਵੱਲ ਅਟਰੈਕਟ ਕਰੂਗਾ। ਉਹ ਜਿਹੜੇ ਪੇਪਰ ਦੇ ਪੀਸਿਸ ਹੋਣਗੇ ਉਹ ਸਕੇਲ 'ਤੇ ਚਿਪਕ ਜਾਣਗੇ। ਐਵੇਂ ਹੀ ਤੁਸੀਂ ਇੱਕ ਹੋਰ ਚੀਜ਼ ਕਰਕੇ ਦੇਖਿਓ, ਸਕੇਲ ਨੂੰ ਰੱਬ ਕਰਕੇ ਤੁਸੀਂ ਵਾਟਰ ਟੈਪ ਹੁੰਦੀ ਹੈ ਨਾ, ਟੈਪ ਦੇ ਕੋਲ ਲੈ ਕੇ ਜਾਇਓ। ਜਦ ਸਕੇਲ ਨੂੰ ਤੁਸੀਂ ਲੈ ਕੇ ਜਾਓਗੇ ਤਾਂ ਵਾਟਰ ਹੈ ਜਿਹੜਾ ਟੈਪ ਦੇ ਵਿੱਚੋਂ ਨੀਚੇ ਗਿਰ ਰਿਹਾ, ਉਹ ਸਕੇਲ ਵਾਲੀ ਸਾਈਡ 'ਤੇ
अपनी डायरैक्शन स्केल वाल नूं कर लूगा, स्केल वाल अट्रैक्ट होने लग जाएगा। हुण ये क्यों हुंदा है? क्योंकि जदों तुसीं स्केल नूं रब करदे हो तां स्केल दे विच चार्ज बन जांदा है। वो चार्ज की है, फोर्स एग्जर्ट करता है, फोर्स लगांदा है पीसिस ऑफ पेपर ते वाटर ते। इस फोर्स नूं की कहा जाता है? इलैक्ट्रोस्टैटिक फोर्स। You have observed that a plastic ruler rubbed with hairs attracts small pieces of paper. Actually, by rubbing the plastic ruler with hairs, it acquires some electrostatic charge. Body which acquires charge is known as charged body. तो जिहड़ा स्केल हुंदा है वो चार्जड हो जाता है। This type of force is known as electrostatic force. ਹੁਣ ਉਰੇ ਐਵੇਂ ਐਕਟੀਵਿਟੀ ਕੀਤੀ ਗਈ ਹੈ। ਐਕਟੀਵਿਟੀ 8.4 ਦੇ ਵਿੱਚ ਇਹਨਾਂ ਨੇ ਸਟ੍ਰॉ ਲੈ ਕੇ ਉਹਨੂੰ ਕੱਟ ਕਰ ਲਿਆ ਕੁਝ ਪੀਸਿਸ ਦੇ ਵਿੱਚ ਔਰ ਉਸ ਦੇ ਨਾਲ ਐਕਟੀਵਿਟੀ ਕੀਤੀ ਗਈ ਹੈ। ਤੁਸੀਂ ਐਕਟੀਵਿਟੀ ਰੀਡ ਕਰਕੇ ਦੇਖਣੀ ਹੈ ਔਰ ਕਰਕੇ ਵੀ ਦੇਖ ਸਕਦੇ ਹੋ ਤੁਸੀਂ ਇਹ ਐਕਟੀਵਿਟੀ। ਇਹ ਤੋਂ ਤੁਹਾਨੂੰ ਇਲੈਕਟ੍ਰੋਸਟੈਟਿਕ ਫੋਰਸਿਸ ਸਮਝ ਆਉਣਗੇ। ਠੀਕ ਹੈ। ਫੋਰਸ ਐਗਜ਼ਰਟਿਡ ਬਾय charged body on another uncharged or charged body is known as electrostatic force. Electrostatic force is a non-contact force. ਹੁਣ ਥਰਡ ਆਪਣੇ ਕੋਲ ਨॉन ਕੰਟੈਕਟ ਫੋਰਸ ਕਿਹੜਾ ਹੁੰਦਾ ਹੈ? ਗ੍ਰੈਵੀਟੇਸ਼ਨਲ ਫੋਰਸ। ਗ੍ਰੈਵੀਟੇਸ਼ਨਲ ਫੋਰਸ ਕੀ ਹੁੰਦਾ ਹੈ? ਆਪਣੀ ਅਰਥ ਹੈ, ਆਪਾਂ ਸਾਰੇ ਅਰਥ ਦੇ ਉੱਪਰ ਖੜੇ ਹੋ ਸਕਦੇ ਹਾਂ, ਚੱਲ ਸਕਦੇ ਹਾਂ। ਕਿਹਦੇ ਕਰਕੇ? ਕੋਈ ਫੋਰਸ ਹੈ ਜਿਹੜਾ ਇਹਦੇ ਨਾਲ ਅਰਥਾਂ ਨੇ ਨੂੰ ਆਪਣੇ ਵੱਲ ਖਿੱਚ ਰੱਖਿਆ। ਹੁਣ ਮੂਨ 'ਤੇ ਚੱਲ ਨਹੀਂ ਸਕਦੇ, ਮੂਨ ਦੇ ਉੱਪਰ ਜਿਹੜੇ ਐਸਟਰੋਨੌਟਸ ਹੁੰਦੇ ਨੇ ਉਹ ਫਲੋਟ ਕਰਦੇ ਨੇ ਕਿਉਂਕਿ ਉੱਥੇ ਇਹ ਫੋਰਸ ਕੰਮ ਨਹੀਂ ਕਰਦਾ। ਗ੍ਰੈਵੀਟੇਸ਼ਨਲ ਫੋਰਸ ਕਿਹੜਾ ਹੁੰਦਾ ਹੈ? ਉਹ ਫੋਰਸ ਜਿਹਦੇ ਨਾਲ ਧਰਤੀ ਨੇ, ਅਰਥ ਨੇ ਆਪਾਂ ਨੂੰ ਆਪਣੇ ਵੱਲ ਖਿੱਚ ਕੇ ਰੱਖਿਆ ਹੋਇਆ ਹੈ, ਜਿਸ ਦੇ ਕਰਕੇ ਆਪਾਂ ਵਾਕ ਕਰ ਸਕਦੇ ਹਾਂ ਅਰਥ ਦੇ ਉੱਪਰ। देखो, you know that a coin or pen falls to the ground when it slips off your hand. Leaves and fruits also fall to the ground when they get detached from the plant. Have you ever wondered why it is so? When the coin is held in your hand, it is at rest. As soon as it is released, it begins to move downwards. It is clear that state of motion of the coin undergoes a change. Can this happen without a force acting on it? Which force is this? ਹੁਣ ਉਹ ਕਹਿ ਰਿਹਾ ਵੀ ਜਿਹੜਾ ਕੋਇਨ ਆਪਾਂ ਨੂੰ ਪਤਾ ਵੀ ਕੋਈ ਵੀ ਚੀਜ਼ ਫੋਰਸ ਤੋਂ ਬਿਨਾਂ ਤਾਂ ਹਿੱਲ ਨਹੀਂ ਸਕਦੀ ਜਦ ਤੱਕ ਉਹਦੇ ਉੱਪਰ ਕੋਈ ਫੋਰਸ ਨਹੀਂ ਕੰਮ ਕਰ ਰਿਹਾ। ਹੁਣ ਜੇ ਆਪਣੇ ਹੱਥ 'ਚੋਂ ਕੋਈ ਕੋਇਨ ਛੁੱਟ ਜਾਂਦਾ ਤਾਂ ਉਹ ਗਿਰਦਾ ਕਿਵੇਂ ਹੈ? ਕੋਈ ਨਾ ਕੋਈ ਫੋਰਸ ਤਾਂ ਕੰਮ ਕਰ ਰਹੀ ਹੈ। Objects or things fall towards the earth because the earth pulls them. This force is called force of gravity or just gravity. This is an attractive force. The force of gravity acts on all objects. Force of gravity acts on all of us all the time without our being aware of it. Water begins to flow towards the ground as soon as we open the tap. Water in rivers flow due to the force of gravity. Force of gravity is not only the property of earth, it is a universal force. Every object in the universe attracts other objects with the force known as gravitational force. Force the unit ਕੀ ਹੈ ਹੁਣ? Newton and Dime। ਇਹ ਦੋਨੋਂ force ਦੀਆਂ units ਹੁੰਦੀਆਂ ਨੇ। आगे देखो कुछ क्वेश्चंस ने। Is it always necessary that force can make an object to move? ज़रूरी है भी फोर्स हमेशा मूव ही कराऊगा? कई बार हिलदी चलती हुई चीज़ नू रेस्ट ते भी लिआंदा फोर्स। तो इट इज़ नॉट नैसेसरी कि फोर्स सिर्फ मूव ही करवावे। कैन फोर्स ओनली इंक्रीज और डिक्रीज द स्पीड ऑफ द ऑब्जैक्ट? नहीं, फोर्स के होर भी काम ने। फोर्स जिहड़ा डायरैक्शन भी चेंज करवा सकता है, शेप चेंज करवा सकता है और बाकी सारिया प्रॉपर्टीज़ भी दस सकते हैं फोर्स दियां इस दे विच। When a plastic scale is rubbed with hairs and brought near bits of paper, they stick to it, the scale. Why? ਹੁਣ ਸਕੇਲ ਦੇ ਨਾਲ ਕਿਉਂ ਸਟਿਕ ਕਰ ਦਿੰਦੇ ਉਹ? ਕਿਉਂਕਿ ਸਕੇਲ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਹੈ। इस ग्रेविटेशनल फोर्स और यूनिवर्सल फोर्स? यस, ग्रेविटेशनल फोर्स यूनिवर्स हर चीज़ से काम करता है। इन विच डायरैक्शन द फोर्स ऑफ फ्रिक्शन एक्ट्स टू द डायरैक्शन ऑफ मोशन ऑफ द ऑब्जैक्ट? जिहड़ा फोर्स ऑफ फ्रिक्शन है वो डायरैक्शन ऑफ मोशन तो ऑपोजिट डायरैक्शन च काम करता है।
ਅੱਗੇ ਆਪਣੇ ਕੋਲ ਪ੍ਰੈਸ਼ਰ। ਹੁਣ ਆਪਾਂ ਰੀਡ ਕਰਾਂਗੇ ਪ੍ਰੈਸ਼ਰ ਦੇ ਬਾਰੇ। ਵਾਈ ਇਜ਼ ਇਟ ਈਜ਼ੀਅਰ ਟੂ ਕੱਟ ਐਨ ਐਪਲ ਵਿਦ ਅ ਸ਼ਾਰਪ ਐਜ ਦੈਨ ਅ ਬਲੰਟ ਐਜ? If you try to push a nail into a wooden plank by its head, you will succeed. Now try to push the nail by its pointed end. You will not. Will you succeed now? You will succeed in later case. Why? Why can you stand on mattress? It sinks deeper than when you lie on it. To answer these questions, we have to observe these examples. Have you observed the relation between the force and the area over the force is applied? Force per unit area is known as pressure. ਪ੍ਰੈਸ਼ਰ ਕੀ ਹੈ ਵੀ ਇੱਕ ਪਰਟੀਕੂਲਰ ਏਰੀਆ 'ਤੇ ਕਿੰਨਾ ਫੋਰਸ ਲਗਾਇਆ ਜਾ ਰਿਹਾ ਉਹਨੂੰ ਆਪਾਂ ਕਹਿੰਦੇ ਆ ਪ੍ਰੈਸ਼ਰ। ਹੁਣ ਆਪਾਂ ਨਾਈਫ ਦੇਖਦੇ ਹਾਂ, ਜਿਹੜਾ ਨਾਈਫ ਦਾ ਏਰੀਆ ਹੁੰਦਾ, ਏਰੀਆ ਆਫ ਕੰਟੈਕਟ, ਉਹ ਬਹੁਤ ਘੱਟ ਹੁੰਦਾ। ਤਿੱਖੇ ਨਾਈਫ ਦਾ ਏਰੀਆ ਆਫ ਕੰਟੈਕਟ ਬਹੁਤ ਹੀ ਘੱਟ ਹੁੰਦਾ। ਸ਼ਾਰਪ ਨਾਈਫ ਦਾ ਬਲੰਟ ਐਜ ਕਿਹੜੀ ਹੁੰਦੀ ਹੈ? ਬਲੰਟ ਐਜ ਨਾਈਫ ਦੀ ਉਹ ਸਾਈਡ ਜਿਸ ਸਾਈਡ ਤੋਂ ਕਟਿੰਗ ਨਹੀਂ ਕਰਦੇ ਹੁੰਦੇ, ਕਿਉਂਕਿ ਉਹ ਥੋੜ੍ਹੀ ਮੋਟੀ ਹੁੰਦੀ ਹੈ, ਚੌੜੀ ਹੁੰਦੀ ਹੈ, ਜਿਸ ਦੇ ਕਰਕੇ ਉਹ ਕੱਟ ਨਹੀਂ ਕਰ ਪਾਉਂਦੀ। ਐਵੇਂ ਤੁਸੀਂ ਦੇਖਿਆ ਹੋਊਗਾ ਨੇਲਸ ਮੀਨ ਇੱਕ ਕਿੱਲ ਹੈ, ਕਿੱਲ ਦੀ ਜਿਹੜੀ ਤਿੱਖੀ ਵਾਲੀ ਸਾਈਡ ਹੁੰਦੀ ਹੈ, ਜਿੱਥੇ ਘੱਟ ਏਰੀਆ ਹੈ ਉੱਥੇ ਫੋਰਸ ਤਾਂ ਦੇਖੋ ਦੋਨੋਂ ਸਾਈਡ 'ਤੇ ਬਰਾਬਰ ਲੱਗਣਾ, ਪਰ ਜਿੱਥੇ ਏਰੀਆ ਘੱਟ ਹੈ ਉਹ ਸਾਈਡ ਹੈ ਜਿਹੜੀ ਉਹ ਈਜ਼ੀਲੀ ਆਪਾਂ ਫਿਕਸ ਕਰ ਸਕਦੇ ਹਾਂ, ਦੂਸਰੀ ਸਾਈਡ ਤੋਂ ਆਪਾਂ ਫਿਕਸ ਨਹੀਂ ਕਰ ਸਕਦੇ। ਸੋ ਪ੍ਰੈਸ਼ਰ ਕੀ ਹੁੰਦਾ ਵੀ ਆਪਾਂ ਇੱਕ ਪਰਟੀਕੂਲਰ ਏਰੀਏ 'ਤੇ ਕਿੰਨਾ ਜ਼ਿਆਦਾ ਫੋਰਸ ਲਗਾ ਰਹੇ ਹਾਂ ਉਹਨੂੰ ਕੀ ਕਿਹਾ ਜਾਂਦਾ? ਪ੍ਰੈਸ਼ਰ। It is important to note that we consider the force which acts perpendicular to the surface. Perpendicular ਦਾ ਮਤਲਬ ਹੈ ਇਹਨਾਂ ਸਾਰੇ ਕੇਸਿਸ 'ਚ ਦੇਖੋ ਜਿਹੜਾ ਫੋਰਸ ਲੱਗ ਰਿਹਾ ਉਹ 90 ਡਿਗਰੀ ਦੇ ਐਂਗਲ 'ਤੇ ਲੱਗ ਰਿਹਾ। ਜਦੋਂ ਆਪਾਂ ਨਾਈਫ ਦੇ ਨਾਲ ਕੁਝ ਕੱਟ ਕਰਦੇ ਹਾਂ ਤਾਂ ਨਾਈਫ ਹੈ ਜਿਹੜਾ ਉਹ ਵੀ 90 ਡਿਗਰੀ ਐਂਗਲ 'ਤੇ ਹੁੰਦਾ। ਸਪੋਜ਼ ਕੋਈ ਫਰੂਟ ਕੱਟ ਕਰ ਰਹੇ ਹੋ, ਐਪਲ ਦੀ ਉੱਪਰ 90 ਡਿਗਰੀ ਐਂਗਲ 'ਤੇ ਹੁੰਦਾ, ਪਰਪੈਂਡੀਕੂਲਰ ਹੁੰਦਾ। ਐਵੇਂ ਜਿਹੜਾ ਨੇਲ ਹੈ, ਜੇ ਤੁਸੀਂ ਕਿਤੇ ਲੱਕੜ ਦੇ ਵਿੱਚ ਕੋਈ ਕਿੱਲ ਲਗਾਉਣੀ ਹੈ ਤਾਂ ਉਹ ਵੀ 90 ਡਿਗਰੀ ਐਂਗਲ 'ਤੇ ਹੀ ਕੰਮ ਕਰਦੀ ਹੈ। From the above expressions of pressure, it is clear that more is the area over which force acts, lesser will be the pressure and vice versa. ਹੁਣ ਇਹਦਾ ਆਪਾਂ ਨੂੰ ਕੀ ਪਤਾ ਲੱਗਦਾ ਹੈ ਵੀ ਜਿੰਨਾ ਫੋਰਸ ਫੋਰਸ ਜ਼ਿਆਦਾ ਹੋਊਗਾ ਔਰ ਏਰੀਆ ਘੱਟ ਹੋਊਗਾ ਉਨਾ ਪ੍ਰੈਸ਼ਰ ਜ਼ਿਆਦਾ ਹੋਊਗਾ। ਪ੍ਰੈਸ਼ਰ ਹੈ ਜਿਹੜਾ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ ਏਰੀਏ ਦੇ। ਸੋ ਜਿੰਨਾ ਏਰੀਆ ਘੱਟ ਉਨਾ ਪ੍ਰੈਸ਼ਰ ਜ਼ਿਆਦਾ। Now we will try to explain the answers of the above questions. It is easier to cut an apple with the sharp edge than blunt one, as area of sharp edge is less than a blunt edge and pressure will be more in case of sharp edge than blunt edge. Due to more pressure on apple by a sharp edge, it is easier to cut the apple easily. ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਏਰੀਆ ਘੱਟ ਹੈ, ਫੋਰਸ ਜ਼ਿਆਦਾ ਲੱਗੂਗਾ, ਜਿਹਦੇ ਕਰਕੇ ਪ੍ਰੈਸ਼ਰ ਜ਼ਿਆਦਾ ਹੈ ਔਰ ਆਪਾਂ ਈਜ਼ੀਲੀ ਕੱਟ ਕਰ ਸਕਦੇ ਹਾਂ। In the same way, pointed side of the nail has lesser area than that of the head side. So pressure is more on pointed side than the head side. So pointed side pushes into wood easily. Similarly, shoulder bags are provided with broad straps and not the thin straps, as border straps have larger area due to which less pressure is exerted on the shoulders. ਹੁਣ ਜਿਹੜੇ ਤੁਹਾਡੇ ਸਕੂਲ ਬੈਗਸ ਹੁੰਦੇ ਨੇ ਉਹਨਾਂ ਦੀ ਜੋ ਸਟਰੈਪ ਹੁੰਦੀ ਹੈ ਉਹ ਚੌੜੀ ਹੁੰਦੀ ਹੈ। ਜਿੰਨੀ ਚੌੜੀ ਘੱਟ ਹੋਊਗੀ ਉਨੀ ਤੁਹਾਡੇ ਸ਼ੋਲਡਰਸ 'ਤੇ ਮੋਢਿਆਂ 'ਤੇ ਪ੍ਰੈਸ਼ਰ ਘੱਟ ਪਊਗਾ। ਜਿੰਨੇ ਜੇ ਤੁਸੀਂ ਪਤਲੀ ਸਟਰੈਪ ਵਾਲੇ ਬੈਗਸ ਦੇਖੇ ਹੋਣਗੇ, ਅਗਰ ਤੁਸੀਂ ਉਹਨਾਂ ਨੂੰ ਕੈਰੀ ਕਰਕੇ ਦੇਖੋ ਤਾਂ ਉਹ ਕਈ ਵਾਰ ਮਸਲਸ ਪੁੱਲ ਕਰ ਦਿੰਦੇ ਨੇ, ਬੱਚਿਆਂ ਦੇ ਸ਼ੋਲਡਰਸ ਪੇਨ ਹੋਣ ਲੱਗ ਜਾਂਦੇ ਨੇ, ਦਰਦ ਕਰਨ ਲੱਗ ਜਾਂਦੇ ਨੇ। Do liquid and gases also exert pressure? Does it depends on the area on which force acts? Let us find out. ਹੁਣ ਆਪਾਂ ਦੇਖਣਾ ਹੈ ਤਾਂ ਆਪਾਂ ਦੇਖ ਲਿਆ ਪ੍ਰੈਸ਼ਰ ਸੋਲਿਡਸ 'ਤੇ ਕਿਵੇਂ ਕੰਮ ਕਰਦਾ। ਹੁਣ ਆਪਾਂ ਦੇਖਣਾ ਹੈ ਪ੍ਰੈਸ਼ਰ ਐਗਜ਼ਰਟਿਡ ਬਾਏ ਲਿਕੁਇਡ ਐਂਡ ਗੈਸਿਸ। Activity 8.6. Take a transparent glass tube or a plastic pipe of about 25 cm and diameter 5 to 7.5 cm. ਆਪਾਂ ਇੱਕ ਪਲਾਸਟਿਕ ਦਾ ਪਾਈਪ ਲੈ ਲਿਆ 25 ਸੈਂਟੀਮੀਟਰ ਦਾ ਔਰ ਜਿਹਦਾ ਡਾਇਆਮੀਟਰ ਹੈ 5 to 7.5 ਸੈਂਟੀਮੀਟਰ। Also take a piece of thin sheet of a good quality rubber. ਸੇ ਆਪਾਂ ਇੱਕ ਰਬੜ ਬੈਲੂਨ ਲੈ ਲਿਆ ਨਾਲ। Stretch the rubber sheet tightly over one end of the pipe. Hold the pipe at the middle.
keeping it in a vertical position. Ask one of your friends to pour some water on the pipe. Does the rubber sheet bulges out? Note also the height of the water column in the pipe. Pour some more water. Observe again the bulge in the rubber sheet and the height of the water column in the pipe. Repeat this process a few more times. Can you see any relation between the amount of bulge in the rubber sheet and the height of water column in the pipe? It is clear from the activity that water exerts pressure on the bottom of the container. Also, pressure depends upon the height of the water column. More is the height of the column, more is the pressure. ਤੁਸੀਂ ਜਿਹੜੀ ਸ਼ੀਟ ਲਿੱਤੀ ਉਹਨੂੰ ਪਾਈਪ ਦੇ ਉੱਪਰ ਸਟ੍ਰੈਚ ਕਰਤਾ। ਹੁਣ ਇਸ ਦੇ ਵਿੱਚ ਤੁਸੀਂ ਇਹਨੂੰ ਐਵੇਂ ਇਸ ਤਰ੍ਹਾਂ ਕੁਝ ਪਕੜ ਲਿਆ ਔਰ ਨੀਚੇ ਕੀ ਕੀਤਾ, ਇੱਕ ਬੈਲੂਨ ਫਿਕਸ ਕਰਤਾ। ਇਸ ਡਾਇਗਰਾਮ ਦੇ ਵਿੱਚ ਦੇਖੋ ਤਾਂ ਕੀ ਹੁੰਦਾ, ਜਦੋਂ ਤੁਸੀਂ ਪਾਣੀ ਪਾਇਆ, ਜਦੋਂ ਤੁਸੀਂ ਘੱਟ ਪਾਣੀ ਪਾਇਆ ਸਟ੍ਰੋ ਦੇ ਵਿੱਚ ਤਾਂ ਜਿਹੜਾ ਬੈਲੂਨ ਹੈ ਉਸ ਦੇ ਵਿੱਚ ਵੀ ਘੱਟ ਪ੍ਰੈਸ਼ਰ ਬਣ ਰਿਹਾ, ਔਰ ਜਦੋਂ ਤੁਸੀਂ ਪਾਣੀ ਜ਼ਿਆਦਾ ਪਾਇਆ ਉਦੋਂ ਪ੍ਰੈਸ਼ਰ ਵੀ ਜ਼ਿਆਦਾ ਐਗਜ਼ਰਟ ਹੋ ਰਿਹਾ। ਹੁਣ ਦੇਖੋ ਜਦੋਂ ਤੁਸੀਂ ਪਾਣੀ ਘੱਟ ਪਾਇਆ ਉਦੋਂ ਪ੍ਰੈਸ਼ਰ ਘੱਟ ਸੀ, ਪਰ ਜੋ ਪਾਣੀ ਜ਼ਿਆਦਾ ਪਾਤਾ ਹਾਈਟ ਵੱਧ ਗਈ ਤਾਂ ਜਿਹੜਾ ਪ੍ਰੈਸ਼ਰ ਹੈ ਬੋਟਮ 'ਤੇ ਉਹ ਵੀ ਜ਼ਿਆਦਾ ਹੋਊਗਾ। ਇਸ ਐਕਟੀਵਿਟੀ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਜਿੰਨਾ ਆਪਾਂ ਹਾਈਟ ਜ਼ਿਆਦਾ ਹੋਊਗੀ ਕਿਸੇ ਲਿਕੁਇਡ ਦੀ ਉਹਨਾਂ ਬੋਟਮ 'ਤੇ ਪ੍ਰੈਸ਼ਰ ਜ਼ਿਆਦਾ ਲੱਗਦਾ। ਨੈਕਸਟ ਐਕਟੀਵਿਟੀ ਹੈ ਐਕਟੀਵਿਟੀ 8.7 Take a plastic bottle. You can take a discarded water or softening bottle. Fix a cylindrical glass tube a few centimeters long near its bottom as shown in figure 8.14. How you can do so by slightly heating one end of the glass tube and then quickly inserting it in the bottom of the bottle. Make sure that the water does not leak from the joint. If there is any leakage, seal it with molten wax. Cover the mouth of the glass tube with a thin rubber sheet as you did in activity 8.6. Now fill the bottle up to half with water. What do you observe? Why does the rubber sheet fixed to the glass bulge this time? Pour some more water in the bottle. Is there any change in the bulge in the rubber sheet? It is clear that water exerts pressure on the walls of the ਕੰਟੇਨਰ। ਹੁਣ ਇਸ ਵਾਰੀ ਇਹਨਾਂ ਨੇ ਕੀ ਕੀਤਾ, ਇੱਕ ਪਲਾਸਟਿਕ ਦੀ ਬੋਟਲ ਲੈ ਲਈ, ਉਹਨੂੰ ਇੱਕ ਸਾਈਡ ਤੋਂ ਹੋਲ ਕੇ ਉਰੇ ਆਪਾਂ ਕਹਿ ਸਕਦੇ ਹੋਲ ਕਰਕੇ ਇਹਨਾਂ ਨੇ ਇੱਕ ਟੈਸਟ ਟਿਊਬ ਵਿੱਚ ਇੰਸਰਟ ਕਰਤੀ, ਵਿੱਚ ਫਿਕਸ ਕਰਤੀ ਔਰ ਉੱਪਰ ਇੱਕ ਬੈਲੂਨ ਲਗਾ ਲਿਆ। ਜਦੋਂ ਇਹਨਾਂ ਨੇ ਪਾਣੀ ਪਾਇਆ ਤਾਂ ਇਸ ਵਾਰ ਦੇਖਿਆ ਕਿ ਬੈਲੂਨ ਹੈ ਜਿਹੜਾ ਇਸ ਵਾਰੀ ਵੀ ਇਸ 'ਤੇ ਫਿਲ ਹੋਣ ਲੱਗ ਗਿਆ, ਇਸ 'ਤੇ ਪ੍ਰੈਸ਼ਰ ਆਇਆ। ਹੁਣ ਇਹ ਕਿਉਂ ਆਇਆ, ਇਸ ਐਕਟੀਵਿਟੀ ਤੋਂ ਆਪਾਂ ਨੂੰ ਇਹ ਪਤਾ ਲੱਗਿਆ ਵੀ ਜਿਸ ਕੰਟੇਨਰ 'ਚ ਵਾਟਰ ਹੈ ਜਾਂ ਕੋਈ ਲਿਕੁਇਡ ਹੈ ਉਹਦੀ ਵਾਲਸ 'ਤੇ ਵੀ ਪ੍ਰੈਸ਼ਰ ਐਗਜ਼ਰਟ ਹੁੰਦਾ, ਇਕੱਲੇ ਬੋਟਮ 'ਤੇ ਹੀ ਨਹੀਂ ਪ੍ਰੈਸ਼ਰ ਐਗਜ਼ਰਟ ਹੁੰਦਾ, ਵਾਲਸ 'ਤੇ ਵੀ ਹੁੰਦਾ। ਹੁਣ ਨੈਕਸਟ ਐਕਟੀਵਿਟੀ ਦੇਖੋ ਐਕਟੀਵਿਟੀ 8.8 Take an empty plastic bottle or a cylindrical container. You can take a used tin of talcum powder or a plastic bottle. Drill 4 holes all around near the bottom of the bottle. Make sure that the holes are at same height from the bottom. Now fill the bottle with water. What do you observe? Do the different streams of water coming out of the holes fall at same distance from the bottle? What does this indicate? You will see that water comes from all 4 holes with equal pressure and falls to same distance from bottle. This means that water at equal depth exerts equal pressure. ਹੁਣ ਇਸ ਵਾਰ ਇਹਨਾਂ ਨੇ ਕੀ ਕੀਤਾ ਇਸ ਐਕਟੀਵਿਟੀ 'ਚ, ਐਵੇਂ ਇੱਕ ਵਾਟਰ ਬੋਟਲ ਲੈ ਲਈ ਪਲਾਸਟਿਕ ਦੀ, ਉਹਦੇ ਚਾਰੋਂ ਸਾਈਡ ਸੇਮ ਹਾਈਟ 'ਤੇ ਹੋਲਸ ਕਰਤੇ ਔਰ ਉਸਨੂੰ ਪਾਣੀ ਦੇ ਨਾਲ ਭਰਤਾ। ਹੁਣ ਜਦ ਪਾਣੀ ਨਾਲ ਭਰਿਆ ਤਾਂ ਹੋਲਸ ਦੇ ਵਿੱਚੋਂ ਪਾਣੀ ਬਾਹਰ ਨਿਕਲ ਰਿਹਾ ਪ੍ਰੈਸ਼ਰ ਦੇ ਨਾਲ, ਤਾਂ ਇਹ ਕੀ ਦੇਖਿਆ ਵੀ ਚਾਰੋਂ ਸਾਈਡ 'ਤੇ ਇਕੁਅਲ ਪ੍ਰੈਸ਼ਰ ਦੇ ਨਾਲ ਪਾਣੀ ਬਾਹਰ ਨਿਕਲ ਰਿਹਾ। ਠੀਕ ਹੈ, ਇਸ ਤੋਂ ਆਪਾਂ ਨੂੰ ਕੀ ਪਤਾ ਲੱਗਿਆ ਵੀ ਸੇਮ ਹਾਈਟ 'ਤੇ ਜਿਹੜਾ ਪ੍ਰੈਸ਼ਰ ਹੁੰਦਾ ਉਹ ਇਕੁਅਲ ਹੀ ਲੱਗਦਾ, ਇੱਕੋ ਜਿਹਾ ਲੱਗਦਾ। ਠੀਕ ਹੈ, ਹੁਣ ਨੈਕਸਟ ਐਕਟੀਵਿਟੀ ਲਿੱਤੀ, ਇਸ ਦੇ ਵਿੱਚ ਇਹਨਾਂ ਨੇ ਕੀ ਕੀਤਾ, ਐਵੇਂ ਹੀ ਹੋਲਸ ਕੀਤੇ ਪਰ ਇਹਨਾਂ ਨੇ ਇਸ ਵਾਰ ਅਲੱਗ-ਅਲੱਗ ਹਾਈਟਸ 'ਤੇ ਕੀਤੇ। ਤਾਂ ਆਪਾਂ ਨੂੰ ਇਸ ਕੇਸ ਦੇ ਵਿੱਚ ਕੀ ਹੁੰਦਾ, ਜਿਹੜਾ ਸਭ ਤੋਂ ਨੀਚੇ ਵਾਲਾ ਬੋਟਮ ਦੇ ਸਭ ਤੋਂ ਨੇੜੇ ਹੈ, ਸਭ ਤੋਂ ਨੀਚੇ ਵਾਲੇ ਹੋਲ ਦੇ ਵਿੱਚੋਂ ਪ੍ਰੈਸ਼ਰ ਸਭ ਤੋਂ ਜ਼ਿਆਦਾ
बन रहा है, उस तो उपर वाले च उस तो घट और सब तो उपर वाले दे विच सब तो घट प्रैशर दे नाल पानी बाहर आ रहा है। What you observe, you will see water at the hole near to bottom goes farthest, and that from the highest hole falls nearest, and that from the middle hole falls between the two. As water comes from the holes on the side of the container, this indicates that water exerts pressure on sides of the container. As the height of the water column is highest above the bottom hole, the water comes from it with the highest pressure. From the hole at the maximum height, water column is lowest, resulting in least pressure of water, which falls nearest to the bottle. It is clear from these activities that water exerts pressure on the bottom of the container as well as on the wall of the container. Liquid pressure increases with depth. Liquid exerts same pressure at same depth. Walls of dams are made thicker at the bottom as pressure of water on the walls of the dam increases with depth. ਇਹ ਤਾਂ ਆਪਾਂ ਨੂੰ ਕੀ ਪਤਾ ਲੱਗਦਾ ਵੀ ਜਿਹੜਾ ਪਾਣੀ ਦਾ ਪ੍ਰੈਸ਼ਰ ਹੈ ਉਹ ਆਪਾਂ ਜਿੰਨਾ ਡੈਪਥ 'ਚ ਜਿੰਨਾ ਡੂੰਘਾਈ 'ਚ ਜਾਂਦੇ ਜਾਵਾਂਗੇ ਉਨਾ ਉਹਦਾ ਪ੍ਰੈਸ਼ਰ ਜ਼ਿਆਦਾ ਹੋਈ ਜਾਊਗਾ। ਠੀਕ ਹੈ, ਆਈ ਹੋਪ ਪੂਰੇ ਤੱਕ ਦਾ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਏਗਾ। ਥੈਂਕ ਯੂ।